ਨਾਨਕ ਸਿੰਘ ਦਾ ਨਾਵਲ ਮੰਝਧਾਰ ਦਾ ਚੌਥੇ ਅੰਗ ਦਾ ਬਾਕੀ ਦਾ ਹਿੱਸਾ। ਉਸ ਕੁੜੀ ਨੂੰ ਡਾਕਟਰ ਆਨੰਦ ਨੇ ਜਦ ਪਹਿਲੀ ਵਾਰ ਵੇਖਿਆ ਤਾਂ ਉਹਦੇ ਦਿਲ 'ਤੇ ਨਿੱਘਾ ਜਿਹਾ ਪ੍ਰਭਾਵ ਪਿਆ ਅਤੇ ਪਹਿਲਾ ਖਿਆਲ ਜਿਹੜਾ ਉਹਦੇ ਅੰਦਰ ਪੈਦਾ ਹੋਇਆ ਉਹ ਸੀ, ਇੰਨੀ ਸੋਹਣੀ, ਮਾਨੋ ਹੱਥ ਲਾਇਆ ਮੈਲੀ ਹੁੰਦੀ ਹੈ, ਫਿਰ ਵੀ ਇਹ ਮੈਲ ਗੰਦਗੀ 'ਚ ਹੱਥ ਪਾਣੋਂ ਨਹੀਂ ਸੰਗਦੀ। ਖਾਸ ਕਰਕੇ ਉਸ ਵੇਲੇ ਤਾਂ ਡਾਕਟਰ ਆਨੰਦ ਦੀਆਂ ਅੱਖਾਂ ਅੱਗੋਂ ਜਿਵੇਂ ਕੋਈ ਕ੍ਰਿਸ਼ਮਾ ਹੀ ਲੰਘ ਗਿਆ ਜਦੋਂ ਇੱਕ ਵਰਮ ਵਾਲੇ ਬਿਮਾਰ ਦੀ ਪੱਟੀ ਕਰ ਰਿਹਾ ਸੀ। ਉਹ ਕੁੜੀ ਜਿਵੇਂ ਇਸੇ ਉਡੀਕ 'ਚ ਸੀ। ਜਿਉਂ ਹੀ ਡਾਕਟਰ ਨੇ ਪੱਟੀ ਖੋਲ੍ਹਣੀ ਸ਼ੁਰੂ ਕੀਤੀ, ਉਹ ਝੱਟ ਉਹਦੇ ਲਾਗੇ ਆ ਖਲੋਤੀ। ਡਾਕਟਰ ਨੂੰ ਕੁੜੀ ਦੀ ਹਰ ਇੱਕ ਅਦਾ ਬੜੀ ਪਿਆਰੀ ਲੱਗਦੀ ਸੀ। ਉਹਨੇ ਜਦ ਇਸ ਮਰੀਜ਼ ਕੋਲ ਆਉਣ ਤੋਂ ਪਹਿਲਾਂ ਕੁੜੀ ਨੂੰ ਦੂਜੇ ਬਿਮਾਰਾਂ ਦੀ ਸੇਵਾ 'ਚ ਤਨ ਮਨ ਨਾਲ ਰੁੱਝੀ ਵੇਖਿਆ ਤਾਂ ਜਿਵੇਂ ਉਹਦੀਆਂ ਅੱਖਾਂ 'ਚ ਕੋਈ ਡੰਝ ਜਿਹੀ ਸਮਾ ਗਈ। ਉਹਨੂੰ ਤੱਕਣ ਦੀ ਉਹਦੇ ਅੰਦਰ ਚਾਹ ਪੈਦਾ ਹੋਈ ਕਿ ਕਿਸੇ ਨਾ ਕਿਸੇ ਬਹਾਨੇ ਇਸ ਕੁੜੀ ਨਾਲ 2-4 ਗੱਲਾਂ ਕਰੇ, ਪਰ ਬਿਨਾਂ ਮੁਨਾਸਬ ਮੌਕਾ ਪੈਦਾ ਹੋਣ ਤੋਂ ਆਪਣੇ ਮਨੋਰਥ 'ਚ ਕਿੱਕਣ ਸਫਲ ਹੋ ਸਕਦਾ ਸੀ। ਤੇ ਜਦ ਬਿਨਾਂ ਬੁਲਾਇਆ ਹੀ ਉਹਦੇ ਲਾਗੇ ਆ ਖਲੋਤੀ ਤੇ ਪੱਟੀ ਖੋਲ੍ਹਣ ਦੀ ਕਿਰਿਆ ਨੂੰ ਡੂੰਘੇ ਧਿਆਨ ਨਾਲ ਵੇਖਣ ਲੱਗ ਪਈ ਤਾਂ ਡਾਕਟਰ ਨੇ ਖਿਆਲ ਕੀਤਾ ਸ਼ਾਇਦ ਇਸ ਮਰੀਜ਼ ਦੀ ਕੋਈ ਰਿਸ਼ਤੇਦਾਰ ਹੈ। ਪੱਟੀ ਖੋਲ੍ਹਣ ਤੋਂ ਬਾਅਦ ਡਾਕਟਰ ਨੇ ਕੰਪਾਊਂਡਰ ਨੂੰ ਲੋਸ਼ਨ ਵਾਲੀ ਡਿਸ਼, ਜਿਸ ਵਿੱਚ ਰੂੰ ਦੇ ਬਹੁਤ ਸਾਰੇ ਤੁੰਬੇ ਭਿੱਜੇ ਹੋਏ ਸਨ, ਅਗਾਂਹ ਕੀਤੀ। ਡਾਕਟਰ ਜੀ, ਕੋਲ ਖੜੋਤੀ ਕੁੜੀ ਦੇ ਹੋਠਾਂ 'ਚੋਂ ਡਾਕਟਰ ਨੂੰ ਇੱਕ ਸੁਰੀਲੀ ਜਿਹੀ ਆਵਾਜ਼ ਸੁਣਾਈ ਦਿੱਤੀ। ਜੇ ਆਗਿਆ ਹੋਵੇ ਤਾਂ ਜ਼ਖਮ ਨੂੰ ਮੈਂ ਸਾਫ਼ ਕਰ ਦਿਆਂ, ਮੈਂ ਥੋੜ੍ਹੀ ਬਹੁਤੀ ਟ੍ਰੇਨਿੰਗ ਲਈ ਹੋਈ ਹੈ ਇਸ ਕੰਮ ਦੀ। ਡਾਕਟਰ ਨੂੰ ਜਿਵੇਂ ਕਿਸੇ ਨੇ ਜਾਦੂ ਦੀ ਲੱਕੜੀ ਛੁਹਾ ਦਿੱਤੀ। ਬਿਨਾਂ ਹੀਲ ਹੁੱਜਤ ਦੇ, ਬਿਨਾਂ ਜਾਣਨ ਦਾ ਯਤਨ ਕੀਤਿਆਂ ਕੁੜੀ ਨੂੰ ਇਸ ਗੱਲ ਦਾ ਕਿੰਨਾ ਕੁ ਤਜਰਬਾ, ਉਹਨੇ ਡਿਸ਼ ਉਹਦੇ ਸਾਹਮਣੇ ਰੱਖ ਦਿੱਤੀ ਤੇ ਬੋਲਿਆ ਬੜੀ ਖੁਸ਼ੀ ਨਾਲ। ਕੁੜੀ ਦਾ ਹੱਥ ਭਾਵੇਂ ਬਹੁਤਾ ਸੁਚੱਜਾ ਨਹੀਂ ਸੀ, ਪਰ ਜਿਸ ਲਗਨ ਨਾਲ ਉਹਨੇ ਜ਼ਖਮ ਦੀ ਸਫਾਈ ਕੀਤੀ, ਇਹਨੂੰ ਵੇਖ ਕੇ ਡਾਕਟਰ ਦਾ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਜ਼ਰੂਰ ਇਹ ਕੁੜੀ ਇਸ ਮਰੀਜ਼ ਦੀ ਕੋਈ ਰਿਸ਼ਤੇਦਾਰ ਹੈ। ਬਾਕੀ ਕੰਮ ਹੁਣ ਡਾਕਟਰ ਦੇ ਕਰਨ ਵਾਲਾ ਸੀ। ਜ਼ਖਮ 'ਚ ਕਾਫੀ ਨਾਸੂਰ ਹੋ ਗਿਆ ਸੀ, ਜਿਸ ਕਰਕੇ ਉਸ 'ਚ ਬੱਤੀਆਂ ਬੜੀ ਸੰਭਾਲ ਨਾਲ ਪਾਉਣੀਆਂ ਸਨ। ਸੋ ਡਾਕਟਰ ਆਪਣੇ ਕੰਮ 'ਚ ਲੱਗਾ ਰਿਹਾ। ਨਾਲ ਨਾਲ ਦੋਹਾਂ 'ਚ ਕੁਝ ਸਵਾਲ ਜਵਾਬ ਵੀ ਹੁੰਦੇ ਰਹੇ। ਡਾਕਟਰ ਜੀ, ਇਹ ਨਸੂਰ ਕਿਉਂ ਹੋ ਜਾਂਦਾ ਭਲਾ? ਜ਼ਖਮ ਦੇ ਵਿਗੜ ਜਾਣ ਕਰਕੇ ਹੱਡੀ 'ਚ ਪੋਇਜ਼ਨ ਪੈਦਾ ਹੋ ਜਾਂਦਾ ਬੀਬੀ। ਇਹਨੂੰ ਸਾਫ਼ ਕਰਨ ਲਈ ਕਿਹੜਾ ਲੋਸ਼ਨ ਸਭ ਤੋਂ ਚੰਗਾ ਹੁੰਦਾ ਡਾਕਟਰ ਸਾਹਿਬ? ਮਰਕਰੀ ਲੋਸ਼ਨ ਜ਼ਿਆਦਾ ਫਾਇਦੇਮੰਦ ਰਹਿੰਦਾ ਕਿਉਂਕਿ ਇਸ ਨਾਲ ਜਰਮ ਮਰ ਜਾਂਦੇ ਆ, ਨਵੇਂ ਪੈਦਾ ਨਹੀਂ ਹੁੰਦੇ। ਤੇ ਡਾਕਟਰ ਜੀ, ਇਹ ਬੱਤੀਆਂ ਕਾਹਦੀਆਂ ਹੁੰਦੀਆਂ ਨੇ? ਮਰਕਰੀ ਕਰੋਮ ਦੀਆਂ, ਪਰ ਕਈਆਂ ਨੂੰ ਇਹ ਨਹੀਂ ਵੀ ਸੁਖਾਉਂਦੀਆਂ ਤੇ ਜਿਨ੍ਹਾਂ ਨੂੰ ਨਾ ਸੁਖਾਉਂਦੀਆਂ ਹੋਣ ਉਹਨਾਂ ਨੂੰ ਪੈਨਸਲੀਨ ਕਰੋਮ ਠੀਕ ਰਹਿੰਦੀ ਹੈ। ਕੁੜੀ ਸ਼ਾਇਦ ਅਜੇ ਹੋਰ ਵੀ ਬਹੁਤ ਕੁਝ ਪੁੱਛਣਾ ਚਾਹੁੰਦੀ ਸੀ, ਪਰ ਡਾਕਟਰ ਨੇ ਪੱਟੀ ਦਾ ਕੰਮ ਖਤਮ ਕਰ ਲਿਆ ਸੀ। ਬੱਤੀਆਂ ਦੇਣ ਵੇਲੇ ਜਿੰਨੀ ਵਾਰੀ ਵੀ ਮਰੀਜ਼ ਨੇ ਤਕਲੀਫ ਨਾਲ ਚੀਕਣ ਚਿਲਾਉਣ ਦਾ ਯਤਨ ਕੀਤਾ, ਉਨੀ ਵਾਰੀ ਕੁੜੀ ਉਹਨੂੰ ਬੜੇ ਪਿਆਰ ਪੁਚਕਾਰ ਨਾਲ ਹੋਰ ਗੱਲਾਂ 'ਚ ਪਾ ਕੇ ਉਹਦੀ ਪੀੜ ਭੁਲਾਉਣ ਦੀ ਕੋਸ਼ਿਸ਼ 'ਚ ਲੱਗੀ ਰਹੀ ਤੇ ਨਾਲੋਂ ਨਾਲ ਡਾਕਟਰ ਉੱਤੇ ਸਵਾਲ ਵੀ ਕਰੀ ਗਈ। ਡਾਕਟਰ ਆਨੰਦ ਨੂੰ ਉਸ ਕੁੜੀ ਦੇ ਵਾਰਤਾਲਾਪ 'ਚੋਂ ਕੁਝ ਨਿਰਾਲੀ ਤਰ੍ਹਾਂ ਦਾ ਸੁੱਖ ਤੇ ਸਵਾਦ ਦਾ ਅਨੁਭਵ ਹੋਇਆ। ਜਦੋਂ ਕੈਂਪ 'ਚੋਂ ਜਾਣ ਲੱਗਾ ਤਾਂ ਕੁੜੀ ਵੀ ਜਦ ਵਾਪਸ ਮੁੜਨ ਲਈ ਉਹਨੂੰ ਤਿਆਰ ਨਜ਼ਰੀ ਆਈ ਤਾਂ ਉਸ ਪੁੱਛਿਆ, ਬੀਬੀ, ਉਹ ਮਰੀਜ਼ ਤੁਹਾਡਾ ਕੋਈ ਰਿਸ਼ਤੇਦਾਰ ਹੈ? ਜਵਾਬ 'ਚ ਕੁੜੀ ਨੇ ਜੋ ਕੁਝ ਕਿਹਾ ਇਹਨੇ ਤਾਂ ਡਾਕਟਰ ਨੂੰ 25 ਕਰ ਦਿੱਤਾ। ਉਹ ਬੋਲੀ, ਜੀ ਹਾਂ, ਇਹ ਸਾਰੇ ਰਿਫਿਊਜੀ ਮੇਰੇ ਰਿਸ਼ਤੇਦਾਰ ਨੇ, ਜਦ ਕਿ ਮੈਂ ਵੀ ਇਹਨਾਂ ਵਿੱਚੋਂ ਹਾਂ। ਇਸ ਮੁਲਾਕਾਤ ਤੋਂ ਬਾਅਦ ਡਾਕਟਰ ਆਨੰਦ ਜਦ ਕੈਂਪ 'ਚੋਂ ਨਿਕਲ ਕੇ ਕਾਰ 'ਚ ਬੈਠਾ, ਉਹਨੂੰ ਜਾਪਿਆ ਜਿਵੇਂ ਕੁੜੀ ਨੂੰ ਇੱਕ ਵਾਰੀ ਫੇਰ ਮਿਲਣ ਦੀ ਖਾਹਿਸ਼ ਉਹਦੀ ਖੱਬੀ ਪਸਲੀ ਹੇਠ ਮਚਲ ਰਹੀ ਹੈ। ਤੇ ਕੱਲ੍ਹ ਸਵੇਰੇ ਫੇਰ ਜਦ ਉਹ ਕੈਂਪ 'ਚ ਗਿਆ ਤਾਂ ਉਹਦੀਆਂ ਅੱਖਾਂ ਬਰਾਬਰ ਉਸ ਕੁੜੀ ਨੂੰ ਢੂੰਡਦੀਆਂ ਰਹੀਆਂ ਸਨ। ਕੱਲ੍ਹ ਵਾਲੇ ਉਸ ਨਾਸੂਰ ਦੇ ਮਰੀਜ਼ ਪਾਸ ਉਹਨੇ ਲੋੜ ਤੋਂ ਜ਼ਿਆਦਾ ਦੇਰ ਇਸ ਕਰਕੇ ਲਾਈ, ਪਰ ਕਿਤੇ ਵੀ ਉਹਦੀ ਨਜ਼ਰੀ ਨਾ ਆਈ। ਛੇਕੜ ਕੰਮ ਤੋਂ ਵਿਹਲਾ ਹੋ ਕੇ ਉਹ ਭਾਰੇ ਦਿਲ ਨਾਲ ਉੱਥੋਂ ਮੁੜਿਆ। ਅੱਜ ਦੀ ਸਾਰੀ ਦਿਹਾੜ ਡਾਕਟਰ ਆਪਣੇ ਕੰਮਾਂ ਧੰਦਿਆਂ 'ਚ ਇੰਨਾ ਗਲਤਾਨ ਰਿਹਾ ਸੀ ਕਿ ਕੁੜੀ ਬਾਬਤ ਸੋਚਣ ਦੀ ਉਹਨੂੰ ਵਿਹਲ ਹੀ ਨਹੀਂ ਸੀ ਮਿਲੀ। ਪਰ ਅੰਦਰ ਉਹਦੇ ਚਾਹ ਬਰਾਬਰ ਬਣੀ ਰਹੀ ਕਿ ਕਿਹੜਾ ਵੇਲਾ ਹੋਵੇ ਜੋ ਕਿਤੇ ਇਕਾਂਤ 'ਚ ਬੈਠ ਕੇ ਉਸ ਬਾਬਤ ਸੋਚਣ ਦਾ ਉਹਨੂੰ ਮੌਕਾ ਮਿਲੇ। ਸ਼ਾਇਦ ਇਸੇ ਕਰਕੇ ਅੱਜ ਦੀ ਰਾਤ ਦਾ ਬਹੁਤਾ ਹਿੱਸਾ ਉਹਨੂੰ ਜਾਂ ਤਾਂ ਅਸੈਂਬਲੀ ਦੀ ਮੈਂਬਰੀ ਤੇ ਜਾਂ ਫਿਰ ਉਸ ਕੁੜੀ ਬਾਰੇ ਸੋਚਦਿਆਂ ਗੁਜ਼ਾਰ ਦਿੱਤਾ। ਸਵੇਰੇ ਉਹ ਕਾਫੀ ਚਿਰਕਾ ਜਾਗਿਆ। ਨਿੱਤ ਕਿਰਿਆ ਤੇ ਇਸ਼ਨਾਨ ਆਦਿ ਤੋਂ ਵਿਹਲਾ ਹੋ ਕੇ ਜਦ ਨਾਸ਼ਤੇ ਦੀ ਮੇਜ਼ ਅੱਗੇ ਬੈਠਾ, ਨੌਕਰ ਨੇ ਇੱਕ ਵਿਜ਼ਿਟਿੰਗ ਕਾਰਡ ਲਿਆ ਕੇ ਉਹਦੀ ਮੇਜ਼ 'ਤੇ ਰੱਖ ਦਿੱਤਾ। ਕਾਰਡ ਨੂੰ ਚੁੱਕ ਕੇ ਉਸ ਪੜ੍ਹਿਆ, ਪੰਡਿਤ B.S. ਸ਼ੁਕਲ ਐਡੀਟਰ, ਰੋਜ਼ਾਨਾ ਅਖਬਾਰ ਕ੍ਰਾਂਤੀਕਾਰੀ। ਉਹਨੇ ਮਹਿਮਾਨ ਨੂੰ ਵੇਟਿੰਗ ਰੂਮ 'ਚ ਬਿਠਾਉਣ ਲਈ ਨੌਕਰ ਨੂੰ ਚੇਤਾਵਨੀ ਕੀਤੀ ਤੇ ਆਪ ਛੇਤੀ ਨਾਸ਼ਤਾ ਖਤਮ ਕਰਨ ਲੱਗਾ। ਪਤਲਾ ਸੁੱਕੜਾ ਜਿਹਾ ਸਰੀਰ, ਤੇੜ ਖੱਦਰ ਦੀ ਖੁੰਭ ਕੀਤੀ ਹੋਈ ਧੋਤੀ, ਗਲ ਮੋਢੇ ਦੇ ਬਟਨਾਂ ਵਾਲਾ ਖੱਦਰ ਦਾ ਕੁੜਤਾ, ਜਿਸ 'ਤੇ ਬਜਵਾੜਾ ਦਸੂਤੀ ਦੀ ਜਵਾਰ ਜਾਕਟ, ਸਿਰ 'ਤੇ ਸਜਰੀ ਇਸਤਰੀ ਕੀਤੀ ਹੋਈ ਗਾਂਧੀ ਟੋਪੀ,
ਜਾਕਟ ਦੀ ਜੇਬ ਤੋਂ ਲੈ ਕੇ ਬਟਨਾਂ ਦੀ ਘੜੀ ਦੀ ਮੋਟੀ ਭੱਦੀ ਜਿਹੀ ਚੇਨ ਕਮਾਨ ਵਾਂਗ ਉਹਦੀ ਹਿੱਕ 'ਤੇ ਲਟਕ ਰਹੀ ਸੀ। ਅੱਖਾਂ ਉੱਤੇ ਮੋਟੇ ਸ਼ੀਸ਼ਿਆਂ ਦੇ ਪਤਲੇ ਸੁਨਹਿਰੀ ਫਰੇਮ ਵਾਲੀ ਐਨਕ, ਜਿਹਦੇ ਹੇਠ ਆਪਦੀਆਂ ਦੂਰਦਰਸ਼ੀ ਅੱਖ ਪੁਤਲੀਆਂ ਫੁਰਤੀ ਨਾਲ ਥਿਰਕਦੀਆਂ ਹੋਈਆਂ ਕਮਰੇ ਵਿਚਲੀ ਹਰ ਚੀਜ਼ ਦਾ ਜਾਇਜ਼ਾ ਲੈ ਰਹੀਆਂ ਸਨ। ਡਾਕਟਰ ਜਿਉਂ ਹੀ ਕਮਰੇ 'ਚ ਦਾਖਲ ਹੋਇਆ ਕਿ ਸ਼ੁਕਲ ਜੀ ਝਟ ਕੁਰਸੀ ਤੋਂ ਉੱਠ ਕੇ ਗਰਮਜੋਸ਼ੀ ਨਾਲ ਅਗਾਂਹ ਵਧੇ। ਡਾਕਟਰ ਨੇ ਹੱਥ ਮਿਲਾਉਂਦਿਆਂ ਪੁੱਛਿਆ, ਆਈਏ ਪੰਡਤ ਜੀ, ਮੁਆਫ਼ ਕਰਨਾ ਮੈਨੂੰ ਜ਼ਰਾ ਦੇਰ ਲੱਗ ਗਈ। ਅਤੇ ਇਸ ਤੋਂ ਬਾਅਦ ਜਦ ਦੋਵੇਂ ਲਾਗੇ ਲਾਗੇ ਬੈਠ ਗਏ ਤਾਂ ਵਾਰਤਾਲਾਪ ਦਾ ਸਿਲਸਿਲਾ ਸ਼ੁਰੂ ਹੋਇਆ। ਸੁਣਾਓ, ਕਿਵੇਂ ਦਰਸ਼ਨ ਹੋਏ? अजी सरदार साहब, दीर्घ काल से आपके दर्शन की अभिलाषा थी, परंतु अविकाश ही प्राप्य था। हृदय में तीव्र आकांक्षा थी कि ऐसे भाग्यशाली व्यक्ति के दर्शन अवश्य करूं, जिनकी लोकप्रियता का वर्णन यत्र तत्र किया जा रहा है। कहिए, आप कुशल से हैं? बड़ी कृपा है पंडित जी। अच्छा, तो मैं आपकी क्या सेवा कर सकता हूँ? सेवा? डॉक्टर साहब, भगवान के अनुग्रह से सब कुछ यथाक्रम चल रहा है। ईश्वर की देन है कि हमारा पत्र इस समय प्रांत के अन्य सभी पत्रों से अत्यधिक संख्या में प्रकाशित हो रहा है। और ये भी आपको विदित होगा कि इस वृद्ध अवस्था में प्रतिदिन 12-14 घंटे निरंतर इस सेवक को पत्र संपादन का कार्य करना पड़ता है। परंतु प्रत्येक देशभक्त का ये तो कर्तव्य ही है कि 18 वर्ष कारावास में व्यतीत कर चुका हूँ। कभी कभी इच्छा होती है कि अब इन कठिनतम झंझटों का परित्याग करके भगवान सिमरन में शेष जीवन व्यतीत करूं। परंतु जब अनुभव करता हूं कि देश इस समय महान कष्ट में है तो इस निश्चय का परित्याग करना पड़ता है। धन्नो पंडित जी, आप जैसे देशभक्तों के बलबूते पर ही तो देश का कल्याण होगा। मैंने आपके अखबार के मुताल्लिक बहुत कुछ सुना है, कई एक एडिटोरियल भी देखे हैं। पंजाब के बड़े भाग हैं जिसे आप जैसे विद्वान देशभक्तों की सेवा प्राप्त है। अजय राम राम का भजन कीजिए डॉक्टर साहब, मैं तो देशभक्तों की चरणरज का भी अधिकारी निज को नहीं पाता हूँ। ये तो सब उस सर्वशक्तिमान का अनुग्रह है। तो आप यूपी-सीपी के रहने वाले हैं शायद? जी नहीं, मैं पंजाबी हूँ। अच्छा, तो गुड़गांव या रोहतक वगैरह किसी हिंदी भाषी ज़िले के होंगे आप? जी नहीं, अपना ज़िला यही है। तब तो आप सेंट्रल पंजाबी हैं, लेकिन आपकी बोली तो वैसे, माफ़ करना पंडित जी, पंजाबी आप बोल नहीं सकते हैं या बोलना चाहते नहीं? पंडित जी कुछ दुविधा ਜਿਹੀ 'ਚ ਪੈ ਗਏ। ਉਹਨਾਂ ਨੂੰ ਆਪਣੀ ਗਲਤੀ ਉੱਤੇ ਅਫਸੋਸ ਹੋਣ ਲੱਗਾ। ਇਸ 'ਚ ਸ਼ੱਕ ਨਹੀਂ ਕਿ ਉਹ ਪੰਜਾਬੀ ਸੀ ਅਤੇ ਇਸ ਵੇਲੇ ਆਪਣੇ ਆਪ ਨੂੰ ਪੰਜਾਬੀ ਪ੍ਰਗਟ ਕਰਨ 'ਚ ਉਹਨਾਂ ਨੂੰ ਲਾਭ ਜਾਪਿਆ ਸੀ, ਜਦ ਕਿ ਉਹਨਾਂ ਦੇ ਸਾਹਮਣੇ ਇੱਕ ਪੰਜਾਬੀ ਬੈਠਾ ਸੀ। ਪਰ ਜਿਉਂ ਹੀ ਡਾਕਟਰ ਵੱਲੋਂ ਬੋਲੀ ਬਾਰੇ ਉਜਰਦਾਰੀ ਪੇਸ਼ ਹੋਈ, ਪੰਡਤ ਜੀ ਕੁਝ ਘਬਰਾ ਗਏ। ਉਹ ਡਾਕਟਰ ਪਾਸ ਇਸ ਵੇਲੇ ਕੋਈ ਮਤਲਬ ਕੱਢਣ ਲਈ ਆਏ ਸੀ, ਉਹਨੂੰ ਨਾਰਾਜ਼ ਕਰਕੇ ਆਪਣਾ ਮਾਮਲਾ ਖੱਟੇ ਨਹੀਂ ਸੀ ਪਾਉਣਾ ਚਾਹੁੰਦੇ। ਫਿਰ ਡਾਕਟਰ ਨੇ ਸਵਾਲ ਵੀ ਤਾਂ ਬੜਾ ਅਜੀਬ ਤਰ੍ਹਾਂ ਦਾ ਕੀਤਾ ਸੀ। ਜੇ ਉਹ ਕਹਿਣ ਕਿ ਮੈਂ ਪੰਜਾਬੀ ਬੋਲਣੀ ਜਾਣਦਾ ਨਹੀਂ ਤਾਂ ਇਹ ਇੱਕ ਹਾਸੋਹੀਣੀ ਗੱਲ ਹੋਏਗੀ। ਡਾਕਟਰ ਸੋਚੇਗਾ ਇੱਕ ਪੰਜਾਬੀ ਤੇ ਪੰਜਾਬ 'ਚ ਰਹਿ ਰਿਹਾ, ਫਿਰ ਪੰਜਾਬੀ ਜਾਣਦਾ ਕਿਉਂ ਨਹੀਂ? ਅਤੇ ਜੇ ਪੰਡਤ ਜੀ ਕਹਿਣ ਕਿ ਉਹ ਜਾਣਦੇ ਤਾਂ ਹਨ ਪਰ ਪੰਜਾਬੀ ਬੋਲਣਾ ਨਹੀਂ ਚਾਹੁੰਦੇ ਤਾਂ ਇਹ ਹੋਰ ਵੀ ਮਾੜੀ ਗੱਲ ਹੋਏਗੀ, ਕਿਉਂਕਿ ਡਾਕਟਰ ਦੇ ਲਬੋ ਲਹਿਜੇ ਤੋਂ ਇੰਨਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਡਾਕਟਰ ਦਾ ਝੁਕਾਅ ਪੰਜਾਬੀ ਦੇ ਹੱਕ 'ਚ ਹੈ। ਸੋ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪ ਬੋਲੇ, पंजाबी जानता मैं अवश्य हूँ डॉक्टर साहब, पर इसका तात्पर्य ये है कि हिंदी हमारी राष्ट्रीय भाषा प्रमाणित हो चुकी है। यदि हम राष्ट्रीय भाषा को प्रोत्साहित नहीं करेंगे तो देश का कल्याण कैसे होगा? डॉक्टर थोड़ा जिहा बुल्हां 'ਚ मुस्कुराया, फिर सिद्धा ही पंजाबी 'ਚ ਉਹਨੇ ਕਹਿਣਾ ਸ਼ੁਰੂ ਕੀਤਾ, ਖਿਮਾ ਕਰਨਾ ਪੰਡਤ ਜੀ, ਕੀ ਤੁਹਾਡਾ ਖਿਆਲ ਹੈ ਵੀ ਬੰਗਾਲੀ, ਗੁਜਰਾਤੀ, ਮਦਰਾਸੀ ਅਤੇ ਹੋਰ ਸੂਬਿਆਂ ਨਾਲ ਜਿਹੜੇ ਆਪਣੀ ਰੋਜ਼ਾਨਾ ਬੋਲ ਚਾਲ 'ਚ, ਆਪਣੀ ਸਾਹਿਤਕ ਜਾਂ ਹੋਰ ਆਪਣੇ ਨੈਤਿਕ ਵਿਚਾਰਾਂ 'ਚ अपनी प्रांतिक बोली बोलते हैं, ये उन्होंने भुल है। अजी ये तो डॉक्टर साहब वितंडावाद है, यथार्थवाद में तो। डॉक्टर ने टोकिया, खिमा करना पंडित जी, ਤੁਹਾਡੀ ਹਿੰਦੀ ਉਂਝ ਵੀ ਕਾਫੀ ਸਕੀਲ ਜਿਹੀ ਹੈ, ਜਿਹਦੇ ਕਈ ਲਫ਼ਜ਼ਾਂ ਨੂੰ ਸਮਝਣ ਲਈ ਮੈਨੂੰ ਦਿਮਾਗ 'ਤੇ ਜ਼ੋਰ ਦੇਣਾ ਪੈਂਦਾ ਅਤੇ ਜੇ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਤਾਂ ਥੋੜ੍ਹੇ ਚਿਰ ਲਈ ਤੁਸੀਂ ਮੇਰੇ ਨਾਲ ਪੰਜਾਬੀ 'ਚ ਹੀ ਗੱਲਾਂ ਕਰੋ। ਪੰਡਿਤ ਜੀ ਦੀ ਦੁਵਿਧਾ ਹੋਰ ਗਹਿਰੀ ਹੋ ਗਈ। ਜੇ ਤਾਂ ਆਪਣੇ ਅੰਦਰ ਗਰਜ ਦੀ ਪੋਟਲੀ ਲੁਕਾ ਕੇ ਨਾ ਲਿਆਏ ਹੁੰਦੇ ਤਾਂ ਇਸੇ ਵੇਲੇ ਆਪਣੇ ਅਸੂਲ ਦੇ ਹੱਕ 'ਚ ਜ਼ਰੂਰ 1-2 ਲੈਕਚਰ ਝਾੜ ਸੁੱਟਦੇ, ਪਰ ਹਾਲ ਦੀ ਘੜੀ ਡਾਕਟਰ ਦੇ ਦੱਸੇ ਰਾਹ 'ਤੇ ਚੱਲਣ ਵਿੱਚ ਹੀ ਉਹਨਾਂ ਬਿਹਤਰੀ ਸਮਝੀ। ਲੱਗਦੀ ਵਾਹ ਇਸ ਵੇਲੇ ਉਹ ਪੰਜਾਬੀ ਅਤੇ ਹਿੰਦੀ ਦੀ ਬਹਿਸ 'ਚ ਪੈਣ ਤੋਂ ਕੰਨੀ ਕਤਰਾਉਣਾ ਚਾਹੁੰਦੇ ਸੀ, ਕਿਉਂਕਿ ਇੱਦਾਂ ਕਰਨ ਨਾਲ ਉਹਨਾਂ ਦਾ ਕੰਮ ਵਿਗੜ ਜਾਣ ਦਾ ਖਤਰਾ ਸੀ। ਬਹੁਤ ਅੱਛਾ ਜੀ, ਉਹ ਬੋਲੇ, ਪੰਜਾਬੀ 'ਚ ਬੋਲਾਂਗਾ, ਹੋਰ ਹੁਕਮ ਕਰੋ, ਮਿਹਰਬਾਨੀ।
ਮਜ਼ਮੂਨ ਦਾ ਵਿਸ਼ਾ ਬਦਲਣ ਦੇ ਖਿਆਲ ਨਾਲ ਪੰਡਤ ਜੀ ਬੋਲੇ, ਮੈਂ ਕੀ ਅਰਜ਼ ਕਰ ਰਿਹਾ ਸਾਂ? ਹਾਂ, ਗੱਲ ਇਹ ਹੈ ਡਾਕਟਰ ਸਾਹਿਬ ਵੀ ਅੱਜ ਦੇ ਜ਼ਮਾਨੇ 'ਚ ਰੋਜ਼ਾਨਾ ਅਖਬਾਰ ਨੂੰ ਚਲਾਉਣਾ ਨਿਰੀ ਪੂਰੀ ਉਸਤਰਿਆਂ ਦੀ ਮਾਲਾ ਤੇ ਸੂਲਾਂ ਦੀ ਸੇਜ ਹੈ। ਖਿਆਲ ਕਰੋ ਕਿ ਬਿਲਕੁਲ ਬੇਸਰੋ ਸਮਾਨੀ ਦੀ ਹਾਲਤ ਵਿੱਚ ਏਡੀ ਵੱਡੀ ਜ਼ਿੰਮੇਵਾਰੀ ਨੂੰ ਸਿਰ 'ਤੇ ਚੁੱਕਣਾ ਕਿੰਨਾ ਮੁਸ਼ਕਿਲ ਕੰਮ ਹੈ। ਡਾਕਟਰ ਲਗਭਗ ਸਮਝ ਗਿਆ ਕਿ ਬੁੱਢਾ ਖਿਡਾਰੀ ਜ਼ਰੂਰ ਕਿਸੇ ਮਾਰ 'ਤੇ ਆਇਆ, ਪਰ ਕਿਹੜੀ ਮਾਰ 'ਤੇ ਉਹ ਅਜੇ ਤੀਕ ਉਹਦੀ ਸਮਝ 'ਚ ਨਹੀਂ ਸੀ ਆਇਆ। ਉਂਝ ਦਿਲੋਂ ਪੰਡਤ ਦੀ ਆਮਦ 'ਤੇ ਖੁਸ਼ ਜ਼ਰੂਰ ਸੀ, ਕਿਉਂਕਿ ਕੱਲ੍ਹ ਹਾਲੇ ਚਾਹ ਪਾਰਟੀ 'ਚ ਦੋਸਤਾਂ ਦੀਆਂ ਕੀਤੀਆਂ ਨਸੀਹਤਾਂ ਨੂੰ ਉਹ ਜਲਦੀ ਅਮਲ 'ਚ ਲਿਆਉਣਾ ਚਾਹੁੰਦਾ ਸੀ। ਫਿਰ ਵੀ ਉਹ ਆਪਣੇ ਮੂੰਹ ਆਪਣੀ ਗਰਜ਼ ਪ੍ਰਗਟ ਕਰਨੀ ਨਹੀਂ ਸੀ ਚਾਹੁੰਦਾ। ਉਹਦੀ ਖਾਹਿਸ਼ ਸੀ ਕਿ ਖੁਦ ਐਡੀਟਰ ਸਾਹਿਬ ਹੀ ਉਹਨੂੰ ਆਪਣੀ ਸੇਵਾ ਪੇਸ਼ ਕਰਨ, ਅਤੇ ਹੋਇਆ ਵੀ ਐਵੇਂ ਹੀ। ਜਦ ਪੰਡਤ ਜੀ ਸੁਭਾਵਕ ਹੀ ਇਸ ਵਿਸ਼ੇ 'ਤੇ ਆਉਂਦੇ ਹੋਏ ਬੋਲੇ, ਸੱਚ ਡਾਕਟਰ ਸਾਹਿਬ, ਮੈਨੂੰ ਸੂਚਨਾ ਮਿਲੀ ਹੈ ਵੀ ਤੁਸੀਂ ਜ਼ਿਮਨੀ ਚੋਣਾਂ ਲਈ ਖੜ੍ਹੇ ਹੋਣ ਦਾ ਫੈਸਲਾ ਕੀਤਾ ਹੈ। ਡਾਕਟਰ ਤਾੜ ਗਿਆ ਵੀ ਇਸ ਬੁੱਢੇ ਖਰਾਂਟ ਨੂੰ ਜ਼ਰੂਰ ਕੱਲ੍ਹ ਵਾਲੀ ਚਾਹ ਪਾਰਟੀ ਦੀ ਸੂਹ ਮਿਲ ਗਈ ਹੈ। ਉਹ ਜਾਣਬੁੱਝ ਕੇ ਕੁਝ ਬੇਰੁਖੀ ਨਾਲ ਬੋਲਿਆ, ਕੋਈ ਖਾਸ ਇਰਾਦਾ ਤਾਂ ਨਹੀਂ ਸੀ, ਪਰ ਸ਼ਹਿਰ ਦੇ ਬਹੁਤ ਸਾਰੇ ਸੱਜਣਾਂ ਨੇ ਮਜਬੂਰ ਕੀਤਾ ਹੈ। ਵੈਸੇ ਮੈਂ ਤਾਂ ਇਹਦੀ ਕੋਈ ਜ਼ਰੂਰਤ ਵੀ ਖਿਆਲ ਨਹੀਂ ਕਰਦਾ। ਜਿਹਨੇ ਸੇਵਾ ਕਰਨੀ ਉਹਨੇ ਅਸੈਂਬਲੀ ਦੇ ਅੰਦਰ ਕੀ ਅਤੇ ਬਾਹਰ ਕੀ, ਬਥੇਰੇ ਚਾਂਸਿਸ ਪਏ ਨੇ ਸੇਵਾ ਕਰਨ ਦੇ। ਨਾਲੇ ਮੇਰੇ ਕੋਲ ਤਾਂ ਅੱਗੇ ਹੀ ਸਿਰ ਖੁਰਕਣ ਦੀ ਵੇਲ ਨਹੀਂ। ਐਨਕਾਂ ਹੇਠ ਢੱਕੀਆਂ ਪੰਡਤ ਜੀ ਦੀਆਂ ਅੱਖਾਂ ਡਾਕਟਰ ਆਨੰਦ ਦੇ ਇਹਨਾਂ ਵਾਕਾਂ 'ਚ ਉਹਦੇ ਦਿਲ ਦਾ ਭੇਦ ਪੜ੍ਹ ਗਈਆਂ। ਇਹੋ ਵੇਲਾ ਸੀ ਜਦੋਂ ਡਾਕਟਰ ਨੂੰ ਆਪਣੇ ਨਿਸ਼ਾਨੇ ਦੇ ਹੋਰ ਨੇੜੇ ਲਿਆ ਸਕਦੇ ਸੀ। ਪੂਰੇ ਉਤਸ਼ਾਹ 'ਚ ਬੋਲੇ, ਠੀਕ ਹੈ ਡਾਕਟਰ ਸਾਹਿਬ ਕਿ ਤੁਹਾਡੇ ਰੁਝੇਵੇਂ ਬੇਓੜਕ ਨੇ, ਖਾਸ ਕਰਕੇ ਇਸ ਵੇਲੇ ਪੁਰਸ਼ਾਰਥੀਆਂ ਦੇ ਦੁੱਖ ਦਰਦ ਵੰਡਾਉਣ ਦਾ ਜਿਹੜਾ ਭਾਰ ਤੁਸੀਂ ਆਪਣੇ ਮੋਢਿਆਂ 'ਤੇ ਚੁੱਕ ਰੱਖਿਆ। ਪਰ ਜਨਤਾ ਇਸ ਗੱਲੋਂ ਵੀ ਤਾਂ ਬੇਖਬਰ ਨਹੀਂ ਕਿ ਪੰਜਾਬ ਦੇ ਕਸ਼ਟਾਂ ਦੀ ਨਿਵਰਤੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਵਰਗੇ ਉਤਸ਼ਾਹੀ ਅਣਥੱਕ ਨੌਜਵਾਨਾਂ ਦੇ ਮੋਢਿਆਂ 'ਤੇ ਹੈ। ਤੁਸਾਂ ਵਰਗਾ ਸੱਚਾ ਦੇਸ਼ ਭਗਤ ਤੇ ਉੱਚੇ ਅਖਲਾਕ ਦਾ ਆਦਮੀ ਜੇ ਇੱਕ ਵਾਰੀ ਅਸੈਂਬਲੀ 'ਚ ਜਾ ਪਹੁੰਚੇ ਤਾਂ ਮੇਰਾ ਖਿਆਲ ਹੈ ਚੋਰ ਬਾਜ਼ਾਰੀਆਂ ਅਤੇ ਰਿਸ਼ਵਤਖੋਰੀਆਂ ਦਿਨਾਂ 'ਚ ਹੀ ਸਫਾ ਹਸਤੀ ਤੋਂ ਮਿਟ ਜਾਣਗੀਆਂ। ਮੁਲਾਕਾਤ ਦੇ ਮੁੱਢ 'ਚ ਡਾਕਟਰ ਆਨੰਦ ਦੇ ਦਿਲ 'ਤੇ ਇਸ ਆਦਮੀ ਬਾਬਤ ਚੰਗਾ ਅਸਰ ਨਹੀਂ ਸੀ ਹੋਇਆ, ਪਰ ਜਿਉਂ ਹੀ ਉਹਦੇ ਮੂੰਹ ਆਪਣੀ ਸ਼ਲਾਘਾ ਸੁਣੀ, ਉਹਨੂੰ ਇਹ ਕੰਮ ਦੀ ਚੀਜ਼ ਜਾਪਣ ਲੱਗ ਪਿਆ। ਉਹ ਜਾਣਦਾ ਸੀ ਅਖਬਾਰ ਦੇ ਮਾਲਕ ਨੂੰ ਹੱਥ 'ਚ ਕਰ ਲੈਣ ਦਾ ਮਤਲਬ ਹੈ ਸਮੁੱਚੇ ਅਖਬਾਰ ਨੂੰ ਖਰੀਦ ਲੈਣਾ। ਹੌਲੀ ਹੌਲੀ ਪੰਡਤ ਹੋਰਾਂ ਦੀਆਂ ਗੱਲਾਂ 'ਚ ਉਹਦੀ ਦਿਲਚਸਪੀ ਵੱਧਦੀ ਗਈ। ਜਦ ਸ਼ੁਕਲਾ ਜੀ ਨੇ ਆਪਣੀ ਮਦਦ ਤੇ ਮਿਲਵਰਤਨ ਦਾ ਉਹਨੂੰ ਪੂਰਾ ਯਕੀਨ ਦਿਵਾ ਦਿੱਤਾ ਤਾਂ ਡਾਕਟਰ ਦੇ ਦਿਲ ਵਿੱਚ ਖੁਸ਼ੀ ਦੀ ਗੁਦਗੁਦੀ ਹੋਣ ਲੱਗੀ। ਉਹਨੂੰ ਇਸ ਗੱਲ ਦਾ ਯਕੀਨ ਬਰਾਬਰ ਬਣਿਆ ਰਿਹਾ ਕਿ ਸ਼ੁਕਲ ਜੀ ਆਪਣੀ ਸੇਵਾ ਬਦਲੇ ਪੇਸ਼ਗੀ ਦੇ ਤੌਰ 'ਤੇ ਜ਼ਰੂਰ ਕੋਈ ਮੰਗ ਪੇਸ਼ ਕਰਨਗੇ, ਪਰ ਜਦ ਅਖੀਰ ਤੱਕ ਸ਼ੁਕਲ ਜੀ ਵੱਲੋਂ ਇਸ ਕਿਸਮ ਦੀ ਕੋਈ ਮੰਗ ਨਾ ਹੋਈ ਤਾਂ ਉਹਨਾਂ ਸੰਬੰਧੀ ਆਪਣੀ ਬਣ ਚੁੱਕੀ ਰਾਏ 'ਤੇ ਉਹਨੂੰ ਸ਼ੱਕ ਹੋਣ ਲੱਗਾ। ਨਾਲ ਹੀ ਪੰਡਤ ਜੀ ਦੀ ਮਹਾਨਤਾ ਦਾ ਮਾੜਾ ਪ੍ਰਭਾਵ ਵੀ ਉਸ 'ਤੇ ਪੈਣਾ ਸ਼ੁਰੂ ਹੋ ਗਿਆ। ਉਹਨੇ ਚਾਹਿਆ ਕਿ ਉਹ ਆਪ ਵੀ ਕੁਛ ਨਾ ਕੁਛ ਉਹਨਾਂ ਦੀ ਭੇਟਾ ਕਰੇ, ਹੋਰ ਨਹੀਂ ਤਾਂ ਅਖਬਾਰ ਦੀ ਸਹਾਇਤਾ ਤੇ ਭਾਜੀ ਸਹੀ। ਪਰ ਉਹਨੂੰ ਇਹੋ ਜਿਹੀ ਕਿਸੇ ਪੇਸ਼ਕਸ਼ ਦੀ ਲੋੜ ਹੀ ਨਾ ਪਈ। ਜਦ ਮੁਲਾਕਾਤ ਦੇ ਅੰਤ 'ਤੇ ਸ਼ੁਕਲ ਜੀ ਉੱਠਦੇ ਫਿਰ ਬੈਠਦੇ ਬੋਲੇ, ਹਾਂ ਸੱਚ ਡਾਕਟਰ ਸਾਹਿਬ, ਇੱਕ ਛੋਟੀ ਜਿਹੀ ਗੱਲ ਦਾ ਅਚਾਨਕ ਹੀ ਚੇਤਾ ਆ ਗਿਆ। ਫਰਮਾਓ, ਉਹਨੇ ਪੁੱਛਿਆ। ਆਪਣੀ ਠੋਡੀ ਨੂੰ ਖੁਰਕਦੇ ਸ਼ੁਕਲ ਜੀ ਬੋਲੇ, ਵੈਸੇ ਗੱਲ ਤਾਂ ਡਾਕਟਰ ਸਾਹਿਬ ਮਾਮੂਲੀ ਜਿਹੀ ਏ, ਪਰ ਕਈ ਵਾਰੀ ਮਾਮੂਲੀ ਗੱਲਾਂ ਬਦਲੇ ਵੀ ਵੱਡੇ ਕੰਮ ਅਟਕ ਜਾਇਆ ਕਰਦੇ ਨੇ। ਅਖਬਾਰ ਦੀ ਛਪਾਈ ਲਈ ਅਜੇ ਤੀਕ ਕੋਈ ਤਸੱਲੀ ਬਖਸ਼ ਇੰਤਜ਼ਾਮ ਨਹੀਂ ਸੀ। ਬੜੇ ਸਾਲਾਂ ਤੋਂ ਪ੍ਰੈਸ ਦੀ ਅਣਹੋਂਦ ਕਰਕੇ ਕਈ ਤਰ੍ਹਾਂ ਦੇ ਕਸ਼ਟ ਉਠਾ ਰਿਹਾ ਸਾਂ। ਅਖੀਰ ਪਿਛਲੇ ਦਿਨੀਂ ਇੱਥੋਂ ਨੇੜੇ ਇੱਕ ਨਿੱਕੀ ਜਿਹੀ ਪ੍ਰੈਸੜੀ ਹੱਥ ਆ ਗਈ। ਕਿਸੇ ਮੁਸਲਮਾਨ ਦਾ ਛੱਡਿਆ ਹੋਇਆ ਇੱਕ ਬਰਾਏ ਨਾਮ ਜਿਹਾ ਪ੍ਰੈਸ ਸੀ ਜਿਹੜਾ ਮੈਂ ਅਲਾਟ ਕਰਵਾ ਲਿਆ, ਪਰ ਹੁਣ ਪਤਾ ਲੱਗਾ ਵੀ ਪਿਛਲੀਆਂ ਅਲਾਟਮੈਂਟਾਂ ਮਨਸੂਖ ਹੋਣ ਵਾਲੀਆਂ ਨੇ। ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਇਹ ਕੰਮ ਅੱਜ ਕੱਲ੍ਹ ਬਹੁਤ ਹੱਦ ਤੱਕ ਤੁਹਾਡੇ ਹੱਥਾਂ 'ਚ ਹੈ, ਸੋ ਤੁਹਾਡੀ ਬੜੀ ਕਿਰਪਾ ਹੋਏ ਜੇ ਉਹਦੀ ਮੁਸਤਕਿਲ ਅਲਾਟਮੈਂਟ ਮੇਰੇ ਨਾਂ ਹੋ ਜਾਏ। ਪਰ ਪੰਡਿਤ ਜੀ, ਡਾਕਟਰ ਆਨੰਦ ਗੰਭੀਰ ਹੋ ਕੇ ਬੋਲਿਆ, ਨਿਕਾਸੀ ਜਾਇਦਾਦ ਤਾਂ ਰਫਿਊਜ਼ੀਆਂ ਨੂੰ ਹੀ ਅਲਾਟ ਹੋ ਸਕਦੀ ਹੈ ਮੌਜੂਦਾ ਕਾਨੂੰਨ ਮੁਤਾਬਕ। ਸ਼ੁਕਲ ਜੀ ਨੂੰ ਆਪਣੀ ਮੂਰਖਤਾ ਦਾ ਚੇਤਾ ਆਇਆ ਜਿਹੜਾ ਅਜੇ ਹੁਣੇ ਹੀ ਆਪਣੇ ਆਪ ਨੂੰ ਪੂਰਬੀ ਪੰਜਾਬ ਦਾ ਵਾਸੀ ਪ੍ਰਗਟ ਕਰ ਚੁੱਕੇ ਸੀ। ਕਿੰਨਾ ਚੰਗਾ ਹੁੰਦਾ ਜੇ ਕਹਿ ਦਿੰਦੇ ਮੈਂ ਸ਼ਰਨਾਰਥੀ ਹਾਂ, ਪਰ ਹੁਣ ਛੁੱਟ ਚੁੱਕਾ ਤੀਰ ਕਿਵੇਂ ਵਾਪਸ ਆ ਸਕਦਾ ਸੀ। ਜ਼ਰਾ ਕੁ ਸੋਚ ਕੇ ਕਹਿਣ ਲੱਗੇ, ਇਹ ਕਿਹੜੀ ਗੱਲ ਹੈ ਡਾਕਟਰ ਸਾਹਿਬ, ਮੈਂ ਆਪਣੇ ਇੱਕ ਰਫਿਊਜ਼ੀ ਰਿਸ਼ਤੇਦਾਰ ਦੇ ਨਾਂ ਕਰਵਾ ਲਾਂਗਾ। ਹਾਂ, ਇਹ ਠੀਕ ਹੈ, ਡਾਕਟਰ ਨੇ ਹਾਮੀ ਭਰੀ। ਤੁਸੀਂ ਇੱਕ ਦਰਖਾਸਤ ਮੇਰੇ ਦਫ਼ਤਰ ਭਿਜਵਾ ਦੇਣੀ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ। ਨਾਲੇ ਜ਼ਰਾ ਜਿੰਨਾ ਹੋਰ ਵੀ ਕੰਮ ਹੈ। ਪੰਡਤ ਜੀ ਨੇ ਲੱਗਦੇ ਹੱਥ ਦੂਜੀ ਮੰਗ ਵੀ ਪੇਸ਼ ਕਰਤੀ। ਇੱਕ ਛੋਟਾ ਜਿਹਾ ਮਕਾਨ ਵੀ ਮੇਰੇ ਨਾਂ ਹੈ, ਜੇ ਹੁਕਮ ਕਰੋ ਤਾਂ ਉਸ ਲਈ ਵੀ ਦਰਖਾਸਤ ਦਿਵਾ ਦਿਆਂ। ਡਾਕਟਰ ਨੇ ਨਿੰਮੋ ਝਿਣੇ ਜਿਹੇ ਹੋ ਕੇ ਹਾਮੀ ਭਰੀ। ਉਹ ਸ਼ੁਕਲ ਦੀ ਲੋਭੀ ਤਬੀਅਤ ਨੂੰ ਭਾਂਪ ਗਿਆ ਜਿਹੜਾ ਉਂਗਲ ਫੜਨ ਤੋਂ ਬਾਅਦ ਹੌਲੀ ਪੰਜਾ ਕਾਬੂ ਕਰਨ ਲਈ ਦਾਅ ਪੇਚ ਖੇਡ ਰਿਹਾ ਸੀ, ਪਰ ਕਿਉਂਕਿ ਗਰਜ਼ ਦੀ ਖਿੱਚ ਦੋਹੀਂ ਪਾਸੀ ਸੀ ਇਸ ਲਈ ਨਾ ਕਰਨ ਦੀ ਗੁੰਜਾਇਸ਼ ਨਹੀਂ ਸੀ। ਧੰਨਵਾਦ। ਚੱਲਦਾ।